आओ सुनिए स्वैजीवनी अंश तख्त ਜਾਂ ਤਖਤਾ ਜੋ ਕਿ ਮਹਿੰਦਰ ਸਿੰਘ ਰੰਧਾਵਾ ਜੀ ਦੀ ਸਵੈਜੀਵਨੀ ਆਪ ਬੀਤੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਲੇਖਕ ਨੇ ਆਪਣੇ SSC ਆਨਰਸ ਬੋਟਨੀ ਪਾਸ ਕਰਨ ਮਗਰੋਂ ਬੇਰੁਜ਼ਗਾਰ ਰਹਿਣ ਦੀ ਅਵਸਥਾ ਤੇ ਦ੍ਰਿੜ ਨਿਸ਼ਚੇ ਨਾਲ ICS ਦੀ ਪ੍ਰੀਖਿਆ ਨੂੰ ਪਾਸ ਕਰਨ ਦਾ ਵਰਣਨ ਕੀਤਾ ਹੈ। ਲੇਖਕ ਨੇ MSc ਆਨਰਸ ਅਵਲ ਦਰਜੇ ਵਿੱਚ ਪਾਸ ਕੀਤੀ ਤੇ ਕਾਲਜ ਵਿੱਚੋਂ ਪ੍ਰੋਫੈਸਰ ਤੇ ਪ੍ਰਿੰਸੀਪਲ ਸਾਹਿਬ ਤੋਂ ਚੰਗੇ ਸਰਟੀਫਿਕੇਟ ਪ੍ਰਾਪਤ ਕੀਤੇ। ਖੇਤੀਬਾੜੀ ਵਿੱਚ ਡਿਪਰੈਸ਼ਨ ਕਾਰਨ ਜ਼ਿੰਮੇਦਾਰਾਂ ਦੀ ਹਾਲਤ ਪਤਲੀ ਸੀ ਤੇ ਕਿਧਰੇ ਕੋਈ ਰੁਜ਼ਗਾਰ ਦਿਖਾਈ ਨਹੀਂ ਸੀ ਦਿੰਦਾ। ਉਸਨੇ ਲੈਕਚਰਰ ਬਣਨ ਲਈ ਅਸਫਲ ਯਤਨ ਕੀਤਾ। 1925 ਈਸਵੀ ਦੀ ਘਟਨਾ ਤੋਂ ਉਸਦੇ ਮਨ ਵਿੱਚ ICS ਦੇ ਇਮਤਿਹਾਨ ਦਾ ਸ਼ੌਕ ਪੈਦਾ ਹੋਇਆ। ਇਸ ਲਈ ਦਾਖਲਾ ਫੀਸ ਭਰੀ। ਉਸ ਦੀ ਆਰਥਿਕ ਤੌਰ 'ਤੇ ਹਾਲਤ ਮੰਦੀ ਸੀ। ਇਮਤਿਹਾਨ ਦੀ ਤਿਆਰੀ ਲਈ ਬੀਕਾਨੇਰ ਵਿਖੇ ਗੱਜ ਸਿੰਘ ਪੁਰ ਵਿਖੇ ਪੁੱਜਾ। ਬੀਕਾਨੇਰ ਦੇ ਰਾਜੇ ਨੂੰ ਜ਼ਿਮੀਂਦਾਰਾਂ ਦੀ ਹਾਲਤ ਬਾਰੇ ਦੱਸਿਆ। ਜਨਵਰੀ 1931 ਈਸਵੀ ਵਿੱਚ ਦਿੱਲੀ ਦੇ ਮੈਟਕਾਫ ਹਾਊਸ ਵਿੱਚ ਇਮਤਿਹਾਨ ਦਿੱਤਾ, ਪਰ 19ਵਾਂ ਨੰਬਰ ਆਉਣ ਕਰਕੇ ਅਸਫਲ ਰਿਹਾ। ਜਨਵਰੀ 1932 ਈਸਵੀ ਦੇ ਇਮਤਿਹਾਨ ਵਿੱਚ ਉਹ 5ਵੇਂ ਨੰਬਰ 'ਤੇ ਆ ਗਿਆ। ਇਮਤਿਹਾਨ ਦੀ ਸਖਤੀ ਦੇ ਅਹਿਸਾਸ ਦਾ ਉਸਦੇ ਮਨ ਉੱਪਰ ਬੋਝ ਰਹਿੰਦਾ। ਇੱਕ ਲਾਲੇ ਨੇ ਹੇਰਾਫੇਰੀ ਕੀਤੀ ਤੇ ਮਗਰੋਂ ਉਸ ਨੂੰ ਸਬਕ ਦਿੱਤਾ ਆਦਿ ਲੇਖਕ ਦੀ ਸਵੈਜੀਵਨੀ ਨਾਲ ਸੰਬੰਧਿਤ ਮਹੱਤਵਪੂਰਨ ਘਟਨਾਵਾਂ ਹਨ ਤੇ ਜੋ ਇਸ ਵਿੱਚ ਪੇਸ਼ ਕੀਤੀਆਂ ਹਨ। ਤੇ ਚਲੋ ਫਿਰ ਆਪਾਂ ਤਖਤ ਜਾਂ ਤਖਤਾ ਪੜ੍ਹੀਏ। ਜੂਨ ਸੰਨ 1930 ਵਿੱਚ ਮੈਂ MSc ਆਨਰਸ ਬੋਟਨੀ ਅਵਲ ਦਰਜੇ ਵਿੱਚ ਪਾਸ ਕੀਤੀ। ਮੇਰਾ ਥੀਸਿਸ ਪੰਜਾਬ ਦੀਆਂ ਕਾਹੀਆਂ 'ਤੇ ਸੀ। ਇਹਨਾਂ ਦੀ ਭਾਲ ਵਿੱਚ ਮੈਂ ਦਸੂਹਾ ਤਹਿਸੀਲ ਦੇ ਛੰਪ, ਸਿਆਹ ਬਈ ਤੇ ਸਫੈਦ ਬਈ ਤੇ ਸੜਕਾਂ ਦੇ ਖਤਾਨਾਂ ਛੱਪੜੀਆਂ ਵਿੱਚੋਂ ਬਹੁਤ ਸਾਰੀਆਂ ਨਵੀਆਂ ਕਿਸਮਾਂ ਖੋਜੀਆਂ। ਮੈਂ ਇਹ ਕੰਮ ਪ੍ਰੋਫੈਸਰ ML ਘੋਸ਼ ਦੀ ਨਿਗਰਾਨੀ ਵਿੱਚ ਕਰਦਾ ਸਾਂ। ਮੇਰੇ 'ਤੇ ਉਹ ਇੰਨੇ ਮਿਹਰਬਾਨ ਸਨ। ਉਹਨਾਂ ਨੇ ਮੈਨੂੰ ਆਪਣੇ ਕਮਰੇ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਉਹ ਕਲਰ ਬਲਾਈਂਡ ਸਨ ਤੇ ਰੰਗ ਨਹੀਂ ਸਨ ਪਛਾਣ ਸਕਦੇ ਤੇ ਨੀਲੀਆਂ ਹਰੀਆਂ ਕਈਆਂ ਦੇ ਰੰਗਾਂ ਤੇ ਸ਼ੇਡ ਮੈਂ ਹੀ ਉਹਨਾਂ ਨੂੰ ਦੱਸਦਾ ਸੀ। ਟ੍ਰਿਬਿਊਨ ਵਿੱਚ ਨਤੀਜਾ ਪੜ੍ਹ ਕੇ ਮੈਂ ਲਾਹੌਰ ਪੁੱਜਿਆ ਤੇ ਆਪਣੇ ਪ੍ਰੋਫੈਸਰ ਨੂੰ ਮਿਲਿਆ। ਸ਼ਿਵ ਰਾਮ ਕੈਸ਼ਪ, JB ਸੇਨ, ML ਘੋਸ਼ ਤੇ ਜਾਰਜ ਮਥਾਈ ਤੋਂ ਸਰਟੀਫਿਕੇਟ ਲਏ। ਉਹਨਾਂ ਇੱਕ ਸਫ਼ੇ ਦੇ ਸਰਟੀਫਿਕੇਟ ਬੜੀ ਮਿਹਨਤ ਨਾਲ ਲਿਖ ਕੇ ਦਿੱਤੇ। ਇਹਨਾਂ ਸਰਟੀਫਿਕੇਟਾਂ ਨੂੰ ਲੈ ਕੇ ਆਪਣੇ ਪ੍ਰਿੰਸੀਪਲ ਡਨਿਕਲਿਫਟ ਪਾਸ ਗਿਆ ਤੇ ਉਸਨੇ ਬੜਾ ਅੱਛਾ ਸਰਟੀਫਿਕੇਟ ਦਿੱਤਾ। ਮੈਂ 21 ਜਨਵਰੀ 1931 ਨੂੰ ਫੇਰ ਲਾਹੌਰ ਆਇਆ ਤੇ ਕਾਲਜ ਦੀ ਰੋਲ ਆਫ ਆਨਰ 'ਤੇ ਦਸਤਖਤ ਕੀਤੇ। ਹੁਣ ਪਿੰਡ ਆ ਕੇ ਕੁਝ ਸੁੱਝਦਾ ਨਹੀਂ ਸੀ ਕਿ ਕੀ ਕੰਮ ਕੀਤਾ ਜਾਵੇ ਜਿਸ ਨਾਲ ਗੁਜ਼ਾਰਾ ਹੋ ਸਕੇ। ਖੇਤੀਬਾੜੀ ਵਿੱਚ ਕਾਫੀ ਭਾਰੀ ਡਿਪਰੈਸ਼ਨ ਸੀ ਤੇ ਕਣਕ 1.5 ਰੁਪਏ ਮਣ ਵਿਕ ਰਹੀ ਸੀ। ਸ਼ਹਿਰਾਂ ਵਾਲੇ ਤਾਂ ਭਾਵੇਂ ਖੁਸ਼ ਸਨ ਕਿ ਕਣਕ ਸਸਤੀ ਹੈ, ਪਰ ਕਿਸਾਨਾਂ ਜ਼ਿਮੀਂਦਾਰਾਂ ਦਾ ਭੱਠਾ ਪੂਰੀ ਤਰ੍ਹਾਂ ਬੈਠਾ ਹੋਇਆ ਸੀ। ਅੱਧੀ ਫਸਲ ਦਾ ਮੁੱਲ ਵੀ ਮਾਮਲੇ ਦੇ ਬਰਾਬਰ ਨਹੀਂ ਸੀ। ਜ਼ਿਮੀਂਦਾਰਾਂ ਨੂੰ ਬੜੀ ਕਠਿਨਾਈ ਸੀ। ਉਹ ਤੰਗ ਆ ਕੇ ਖੇਤਾਂ ਵਿੱਚ ਦਿਲਚਸਪੀ ਲੈਣਾ ਛੱਡ ਰਹੇ ਸਨ ਕਿਉਂਕਿ ਉਹਨਾਂ ਨੂੰ ਆਪਣੀ ਮਿਹਨਤ ਦਾ ਸਿਲਾ ਨਹੀਂ ਸੀ ਮਿਲ ਰਿਹਾ। ਫਾਲਤੂ ਅੰਨ ਲੋਕ ਪਸ਼ੂਆਂ ਤੇ ਕੁੱਤਿਆਂ ਨੂੰ ਖਵਾ ਰਹੇ ਸਨ। ਪਿੰਡਾਂ ਦੇ ਕੁੱਤੇ ਰੋਟੀਆਂ ਖਾ ਕੇ ਬੜੇ ਮੱਲ ਬਣ ਗਏ ਸਨ ਤੇ ਓਪਰੇ ਲੋਕਾਂ 'ਤੇ ਦਿਨ ਦਿਹਾੜੇ ਹਮਲਾ ਕਰਦੇ। ਇਸ ਡਿਪਰੈਸ਼ਨ ਦਾ ਸਨਅਤਾਂ ਅਤੇ ਕਿੱਤਿਆਂ 'ਤੇ ਵੀ ਹਾਨੀਕਾਰਕ ਅਸਰ ਪੈਣਾ ਸ਼ੁਰੂ ਹੋ ਗਿਆ ਤੇ ਕਿਤੇ ਨੌਕਰੀ ਨਜ਼ਰ ਨਹੀਂ ਸੀ ਆਉਂਦੀ। ਮਨ ਵਿੱਚ ਸੋਚਿਆ ਕਿਸੇ ਕਾਲਜ ਵਿੱਚ ਲੈਕਚਰਰ ਹੀ ਕਰ ਲਈ ਜਾਏ ਕਿਉਂਕਿ ਮੈਨੂੰ ਪੜ੍ਹਨ ਪੜ੍ਹਾਉਣ ਦਾ ਬੜਾ ਸ਼ੌਂਕ ਸੀ। ਕਾਲਜ ਵਿੱਚ ਮੈਂ ਕਮਜ਼ੋਰ ਮੁੰਡਿਆਂ ਨੂੰ ਮੁਫਤ ਬੋਟਨੀ ਜੂਆਲੋਜੀ ਪੜ੍ਹਾਉਂਦਾ ਸਾਂ, ਖਾਸ ਕਰਕੇ ਖਿਡਾਰੀਆਂ ਨੂੰ। ਇਹਨਾਂ ਵਿੱਚੋਂ ਮੈਨੂੰ ਹਮੀਦ ਤੇ ਬ੍ਰਿਜਲਾਲ ਸੇਠੀ ਦੇ ਨਾਂ ਹਾਲੇ ਤਾਈਂ ਵੀ ਯਾਦ ਹਨ। ਹਮੀਦ ਦੌੜਾਂ ਵਿੱਚ ਅੱਵਲ ਆਉਂਦਾ ਸੀ ਤੇ ਸੇਠੀ ਹਾਕੀ ਦਾ ਖਿਡਾਰੀ ਸੀ। ਨੌਕਰੀ ਦੀ ਭਾਲ ਵਿੱਚ ਟ੍ਰਿਬਿਊਨ ਅਖਬਾਰ ਦੇ ਇਸ਼ਤਿਹਾਰ ਪੜ੍ਹਨੇ ਸ਼ੁਰੂ ਕਰ ਦਿੱਤੇ। ਪਤਾ ਲੱਗਾ ਕਿ ਬੋਟਨੀ ਦੇ ਲੈਕਚਰਰ ਦੀ ਜਗ੍ਹਾ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਖਾਲੀ ਪਈ ਹੈ। ਸਰਟੀਫਿਕੇਟਾਂ ਦੀਆਂ ਕਾਪੀਆਂ ਲਗਾ ਕੇ ਅਰਜ਼ੀ ਭੇਜ ਦਿੱਤੀ, ਪਰ ਕੋਈ ਉੱਤਰ ਨਾ ਆਇਆ। ਫਿਰ ਇੱਕ ਜਗ੍ਹਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਨਿਕਲੀ। ਸਰਦਾਰ ਚਰਨ ਸਿੰਘ ਬੋਟਨੀ ਦੇ ਪ੍ਰੋਫੈਸਰ ਸਨ ਤੇ ਅੰਮ੍ਰਿਤਸਰ ਜਾ ਕੇ ਉਹਨਾਂ ਨੂੰ ਮਿਲਿਆ। ਉਹਨਾਂ ਨੇ ਸਲਾਹ ਦਿੱਤੀ ਕਿ ਇਸ ਕਾਲਜ ਦੇ ਕਰਤਾ ਧਰਤਾ ਸਰ ਸੁੰਦਰ ਸਿੰਘ ਮਜੀਠੀਆ ਹਨ, ਮੈਂ ਉਹਨਾਂ ਨੂੰ ਮਿਲਾਂ। ਮੈਂ ਆਪਣਾ ਵਧੀਆ ਸੂਟ ਪਾ ਕੇ, ਨਵੀਂ ਟਾਈ ਲਾ ਕੇ, ਬੂਟ ਪਾਲਿਸ਼ ਕਰਕੇ ਉਹਨਾਂ ਨੂੰ ਮਿਲਣ ਗਿਆ। ਉਹ ਮਧਰੇ ਕੱਦ ਦੇ ਵਿਅਕਤੀ ਸਨ। ਉਹਨਾਂ ਮੇਰੇ ਵੱਲ ਨੀਝ ਲਾ ਕੇ ਦੇਖਿਆ ਤੇ ਮੈਂ ਉਹਨਾਂ ਵੱਲ। ਮੇਰੀ ਵਿਰਲੀ ਜਿਹੀ ਦਾੜੀ ਸੀ ਤੇ ਮੈਂ ਕੜਾ ਵੀ ਨਹੀਂ ਸੀ ਪਾਇਆ। ਕੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਸਰਦਾਰ ਜੀ ਨੇ ਪੁੱਛਿਆ। ਜਾਣਦਾ ਹਾਂ ਪਰ ਕਰਦਾ ਨਹੀਂ, ਮੈਂ ਉੱਤਰ ਦਿੱਤਾ ਤੇ ਫਿਰ ਕਿਹਾ, ਮੇਰਾ ਖਿਆਲ ਸੀ ਕਿ ਬੋਟਨੀ ਪੜ੍ਹਾਉਣ ਦੀ ਅਸਾਮੀ ਹੈ, ਨਾ ਕਿ ਗਿਆਨੀ ਦੀ। ਇਸ ਤਰ੍ਹਾਂ ਦੇ ਸਵਾਲ ਸੁਣ ਕੇ ਮੇਰੇ ਵਿੱਚ ਬੜੀ ਘਿਰਣਾ ਹੋਈ ਕਿ ਇਹਨਾਂ ਮਜ਼ਹਬੀ ਸੰਸਥਾਵਾਂ ਵਿੱਚ ਅਕਲ ਤੇ ਇਲਮ ਦੀ ਕੋਈ ਕਦਰ ਨਹੀਂ। ਮੈਂ ਅਨੁਭਵ ਕਰ ਲਿਆ ਕਿ ਸਰਦਾਰ ਜੀ ਨੇ ਮੈਨੂੰ ਪਸੰਦ ਨਹੀਂ ਕੀਤਾ ਤੇ ਨਾ ਹੀ ਮੈਂ ਉਹਨਾਂ ਨੂੰ ਪਸੰਦ ਕੀਤਾ। ਨਿਰਾਸ਼ ਹੋ ਕੇ ਮੈਂ ਪਿੰਡ ਮੁੜ ਆਇਆ। ਮੈਨੂੰ ਆਪਣਾ 1925 ਦਾ ਇੱਕ ਵਾਕਿਆ ਯਾਦ ਆਇਆ। ਮੈਂ ਪਬਲਿਕ ਲਾਇਬ੍ਰੇਰੀ ਲਾਹੌਰ ਵਿੱਚ ਗਿਆ ਤੇ ਉੱਥੇ ਮੁਕਾਬਲੇ ਦੇ ਇਮਤਿਹਾਨਾਂ ਦੇ ਸਵਾਲਾਂ ਦੇ ਪੈਂਫਲੇਟ ਵੇਖੇ, ਖਾਸ ਕਰਕੇ ICS ਦੇ ਜਨਰਲ ਨੌਲੇਜ ਦੇ। ਉਹਨਾਂ ਨੂੰ ਪੜ੍ਹ ਕੇ ਮੈਨੂੰ ਖਿਆਲ ਆਇਆ ਕਿ ਮੈਂ ਸਭ ਸਵਾਲਾਂ ਦੇ ਜਵਾਬ ਦੇ ਸਕਦਾ ਹਾਂ। ਇਸ ਤੋਂ ਇਹ ਪਤਾ ਲੱਗਾ ਕਿ ਇਸ ਨੂੰ ICS ਦੇ ਮੁਕਾਬਲੇ ਦਾ ਇਮਤਿਹਾਨ ਕਿਹਾ ਜਾਂਦਾ ਹੈ। ਜਿਹੜੇ ਵਿਅਕਤੀ ਪਹਿਲੇ 9-10 ਵਿੱਚ ਆ ਜਾਣ, ਉਹ ਟ੍ਰੇਨਿੰਗ ਲਈ ਵਿਲਾਇਤ ਭੇਜੇ ਜਾਂਦੇ ਤੇ ਦੇਸ਼ ਪਰਤ ਕੇ ਡਿਪਟੀ ਕਮਿਸ਼ਨਰ ਲਗਾਏ ਜਾਂਦੇ ਹਨ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਕਿੱਤੇ ਜੱਦੀ ਬਣ ਗਏ ਹਨ। ਸਕੂਲ ਮਾਸਟਰਾਂ ਦੇ ਪ੍ਰੋਫੈਸਰ ਜਿਹੜੇ ਮੁੰਡੇ ਬਣਦੇ ਹਨ ਤੇ ਸੂਬੇਦਾਰਾਂ ਦੇ ਲੈਫਟੈਨੈਂਟ। ਮੈਂ ਸੋਚਿਆ ਕਿ ਤਹਿਸੀਲਦਾਰ ਦੇ ਮੁੰਡੇ ਨੂੰ ਡਿਪਟੀ ਕਮਿਸ਼ਨਰ ਤਾਂ ਜ਼ਰੂਰੀ ਬਣਨਾ ਚਾਹੀਦਾ ਹੈ। ਮੇਰੇ ਪਿਤਾ ਜੀ ਬੜੇ ਕਾਮਯਾਬ ਅਫਸਰ ਸਨ ਤੇ ਉਹਨਾਂ ਦੀ ਸੂਝ-ਬੂਝ, ਸਿਆਣਪ, ਟੈਕਟ ਤੇ ਹਿਕਮਤੇ ਅਮਲੀ ਵਿੱਚ ਮੌਜੂਦ ਸਨ। ਐਡਮਿਨਿਸਟ੍ਰੇਸ਼ਨ ਤਾਂ ਮੇਰੇ ਲਈ ਇੱਕ ਜੱਦੀ ਪੇਸ਼ਾ ਸੀ। ਡਿਪਰੈਸ਼ਨ ਕਰਕੇ ਮੁਕਾਬਲੇ ਦੇ ਇਮਤਿਹਾਨਾਂ ਵਿੱਚੋਂ ਸਿਰਫ ICS ਦਾ ਇਮਤਿਹਾਨ ਹੀ ਖੁੱਲ੍ਹਾ ਸੀ ਤੇ ਬਾਕੀ ਇਮਤਿਹਾਨ ਬੰਦ ਹੋ ਚੁੱਕੇ ਸਨ। ਮੈਨੂੰ ਇੰਜ ਮਾਲੂਮ ਹੋਵੇ ਜਿਵੇਂ ਇੱਕ ਡੂੰਘੇ ਟੋਏ ਦੇ ਮੂੰਹ 'ਤੇ ਖੜਾ ਹਾਂ। ਜਾਂ ਤਾਂ ਹਿੰਮਤ ਕਰਕੇ ਇਸ ਨੂੰ ਟੱਪਣਾ ਹੈ, ਨਹੀਂ ਤਾਂ। ਇਸ ਚੈਲੰਜ ਨੇ ਮੇਰੇ ਵਿੱਚ ਅਣਥੱਕ ਮਿਹਨਤ ਤੇ ਜਜ਼ਬਾ ਪੈਦਾ ਕੀਤਾ। ਇਹ ਜਗ੍ਹਾ ਸ਼ਿਵਾਲਕ ਪਹਾੜ ਵਿੱਚ ਚਿੰਤਾਪੁਰਨੀ ਦੇ ਮੰਦਰ ਕੋਲ ਹੈ ਤੇ ਇੱਥੇ ਇੱਕ ਬੜਾ ਸੁੰਦਰ ਬੰਗਲਾ ਹੈ ਜੋ DC ਹੁਸ਼ਿਆਰਪੁਰ ਗਰਮੀਆਂ ਦੇ ਮੌਸਮ ਵਿੱਚ ਇਸਤੇਮਾਲ ਕਰਦੇ ਸਨ। ਮੈਂ ਥਾਕਲੇ ਨੂੰ ਮਿਲਿਆ ਤੇ ਫਾਰਮ ਪੇਸ਼ ਕੀਤਾ। ਉਹ ਸ਼ਰੀਫ ਆਦਮੀ ਸੀ ਤੇ ਹਮਦਰਦੀ ਨਾਲ ਮਿਲਿਆ। ਜਦ ਮੈਂ ਇਸ ਕੰਮ ਤੋਂ ਫਾਰਗ ਹੋਇਆ ਤਾਂ ਸ਼ਾਮ ਦੇ 7 ਵੱਜ ਚੁੱਕੇ ਸਨ। ਕਿਤੇ ਕੋਈ ਰਾਤ ਕੱਟਣ ਦਾ ਟਿਕਾਣਾ ਨਾ ਮਿਲਿਆ ਤੇ ਆਖਰ ਇੱਕ ਸਿੱਖ PWD ਦੇ ਓਵਰਸੀਅਰ ਨਾਲ ਭੇਂਟ ਕੀਤੀ। ਉਸ ਸ਼ਰੀਫ ਇਨਸਾਨ ਨੇ ਮੈਨੂੰ ਰੋਟੀ ਖਵਾਈ ਤੇ ਸੌਣ ਲਈ ਇੱਕ ਮੰਜੀ ਦੇ ਦਿੱਤੀ। ਮੈਂ ਉਸ ਨੇਕ ਇਨਸਾਨ ਨੂੰ ਹਾਲੀ ਤਾਈਂ ਵੀ ਨਹੀਂ ਭੁੱਲਿਆ। ਕਈ ਵਾਰ ਮੇਰੇ ਦਿਲ ਵਿੱਚ ਖਿਆਲ ਆਉਂਦਾ ਕਿ ਮੈਂ ਉਹ ਮੈਨੂੰ ਮਿਲੇ ਤੇ ਮੈਂ ਉਸ ਖਾਤਰ ਕੁਝ ਕਰ ਸਕਾਂ। ਇਸ ਤੋਂ ਪਿੱਛੋਂ 50 ਰੁਪਏ ਦਾਖਲੇ ਦੀ ਫੀਸ ਭੇਜਣੀ ਸੀ। ਮੇਰੇ ਪਾਸ ਤਾਂ ਧੇਲਾ ਵੀ ਨਹੀਂ ਸੀ। ਰਿਸ਼ਤੇਦਾਰਾਂ ਤੋਂ ਮੰਗਣ 'ਤੇ ਵੀ ਸ਼ਰਮ ਆਉਂਦੀ ਸੀ। ਆਖਰਕਾਰ ਆਪਣੇ ਦੋਸਤ ਨਿਰੰਜਨ ਸਿੰਘ ਨੂੰ, ਜੋ ਦਿੱਲੀ ਗੌਰਮੈਂਟ ਆਫ ਇੰਡੀਆ ਦੀ ਫਾਈਨੈਂਸ ਮਿਨਿਸਟਰੀ ਵਿੱਚ ਕਲਰਕ ਸੀ, ਖੱਤ ਲਿਖਿਆ ਕਿ ਦਾਖਲਾ ਤਾਰ ਦੇਵੇ। ਉਸਨੇ ਪੈਸੇ ਜਮ੍ਹਾਂ ਕਰਵਾ ਦਿੱਤੇ ਤੇ ਇਹ ਔਕੜ ਦੂਰ ਹੋ ਗਈ। ਮੇਰਾ ਦਿਲ ਪਹਿਲੀ ਨਾਕਾਮਯਾਬੀ 'ਤੇ ਬੜਾ ਤੰਗ ਸੀ। ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਸੀ ਤੇ ਇਹ ਸੁੱਝਦਾ ਹੀ ਨਹੀਂ ਸੀ ਕਿ ਕੀ ਬਣੇਗਾ। ਮੈਂ ਹਰਕ੍ਰਿਸ਼ਨ ਸਿੰਘ ਕੋਲ 2 ਫਰਵਰੀ ਨੂੰ ਗੱਜ ਸਿੰਘਪੁਰ ਬੀਕਾਨੇਰ ਦੀ ਬਾਰ ਵਿੱਚ ਚਲਾ ਗਿਆ। ਇੱਥੇ ਸਾਡੇ ਪਿਤਾ ਜੀ ਨੇ ਸਾਡੇ 6 ਭਰਾਵਾਂ ਲਈ 30 ਮੁਰੱਬੇ ਮਿੰਟਗੁਮਰੀ ਦੀ ਜ਼ਮੀਨ ਦੀ ਆਮਦਨੀ 'ਚੋਂ ਕਿਸ਼ਤਾਂ 'ਤੇ ਖਰੀਦੇ ਸਨ। ਇੱਥੇ ਮੁਰੱਬਾ 16 ਏਕੜ ਦਾ ਸੀ ਤੇ ਮੁੱਲ 2500 ਰੁਪਏ। ਰਜਿਸਟ੍ਰੇਸ਼ਨ ਕਰਕੇ ਜ਼ਿਮੀਂਦਾਰ ਇਸ ਦਾ ਮੁੱਲ ਨਹੀਂ ਸਨ ਦੇ ਸਕਦੇ ਤੇ ਉਹਨਾਂ ਵਿੱਚ ਬੇਚੈਨੀ ਫੈਲੀ ਹੋਈ ਸੀ।
ਅਸੀਂ ਆਪਣੀ ਖਾਤਰ ਤੇ ਆਪਣੇ ਕਾਮਿਆਂ ਖਾਤਰ ਕੱਚੇ ਕੋਠੇ ਛੱਤੇ ਹੋਏ ਸਨ। ਸਾਰਾ ਇੰਤਜ਼ਾਮ ਇੱਕ ਮੁਨਸ਼ੀ ਰਾਮ ਸਿੰਘ ਕਰਦਾ ਸੀ। ਬੜਾ ਉਸਤਾਦ ਸੀ ਤੇ ਹਿਸਾਬ ਕਿਤਾਬ ਦਾ ਕੱਚਾ ਸੀ। ਨਵੀਂ ਆਬਾਦੀ ਕਰਕੇ ਕਾਮਿਆਂ ਦੀ ਰਸਦ ਵੀ ਗੱਜ ਸਿੰਘਪੁਰ ਦੇ ਮਾਰਵਾੜੀ ਬਾਣੀਆਂ ਤੋਂ ਉਧਾਰ ਲੈਣੀ ਪੈਂਦੀ ਸੀ ਤੇ ਉਹ ਜੀ ਚਾਹਿਆ ਲਿਖ ਲੈਂਦੇ ਸਨ। ਸਾਡੇ ਕਾਮੇ ਮਜ਼ਹਬੀ ਸਨ। ਜੋ ਚੱਕ 51/12 ਐਲ ਤਹਿਸੀਬ ਚੀਚਾਵਤਨੀ ਜ਼ਿਲ੍ਹਾ ਮਿੰਟਗੁਮਰੀ ਤੋਂ ਵੀਰ ਅਮਰੀਕ ਸਿੰਘ ਨੇ ਇੱਥੇ ਘੱਲੇ ਸਨ। ਮੈਂ ਇੱਕ ਕੱਚੇ ਕੋਠੇ ਵਿੱਚ ਰਹਿੰਦਾ ਸੀ। ਉਸ ਦੇ ਸਾਹਮਣੇ ਇੱਕ ਪਾਣੀ ਦੀ ਡਿੱਗੀ ਸੀ। ਇੱਥੇ ਕੋਈ ਦਰਖਤ ਨਹੀਂ ਸੀ ਤੇ ਅਸੀਂ ਖਾਲਿਆਂ ਦੇ ਕੰਢਿਆਂ 'ਤੇ ਰਿੰਡਾਂ ਲਾਈਆਂ ਹੋਈਆਂ ਸਨ ਤੇ ਉਹੀ ਇੱਥੇ ਪ੍ਰਧਾਨ ਸਨ। ਖਾਲੇ ਦੇ ਕੋਲ ਮੈਂ ਇੱਕ ਛੱਪਰ ਛਤਾਇਆ। ਉਹਦੇ ਹੇਠਾਂ ਇੱਕ ਢਿੱਲੀ ਜਿਹੀ ਮੁੰਜ ਦੀ ਮੰਜੀ ਰੱਖ ਲਈ। ਉਸ 'ਤੇ ਮੈਂ ਇੱਕ ਮੋਟਾ ਖੱਦਰ ਤੇ ਗਲਾਫ ਨਾਲ ਢਕਿਆ ਹੋਇਆ ਗੋਲ ਤਕੀਆ ਢੋ ਲਾਉਣ ਲਈ ਰੱਖਿਆ। ਇਸ ਮੰਜੀ 'ਤੇ ਹੀ ਬੈਠ ਕੇ ਮੈਂ ਆਪਣਾ ਤਪ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ 7 ਵਜੇ ਦੁੱਧ ਪੀ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ ਤੇ 1 ਵਜੇ ਦੁਪਹਿਰੇ ਉੱਠਦਾ ਤੇ ਦਹੀਂ ਤੇ ਮਾਹਾਂ ਦੀ ਦਾਲ ਨਾਲ 2 ਫੁਲਕੇ ਖਾਂਦਾ। 1 ਘੰਟਾ ਆਰਾਮ ਕਰਕੇ ਮੈਂ ਫੇਰ 2 ਵਜੇ ਪੜ੍ਹਨਾ ਸ਼ੁਰੂ ਕਰ ਦਿੰਦਾ ਤੇ 6 ਵਜੇ ਸ਼ਾਮ ਤੱਕ ਪੜ੍ਹਦਾ ਰਹਿੰਦਾ। ਫਿਰ ਮੈਂ ਖਾਲੇ ਕੰਢੇ 1 ਘੰਟਾ ਸੈਰ ਕਰਦਾ। ਨਹਿਰ ਦੀ ਬੰਦੀ ਹੁੰਦੀ ਤਾਂ ਖਾਲਾਂ ਵਿੱਚ ਅਨੇਕਾਂ ਮੱਛੀਆਂ ਰਹਿ ਜਾਂਦੀਆਂ ਤੇ ਕਾਵਾਂ ਤੇ ਇੱਲਾਂ ਦਾ ਖਾਜਾ ਬਣਦੀਆਂ। ਜਦ ਮੈਂ ICS ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਤਾਂ ਪਤਾ ਲੱਗਾ ਕਿ ਬੀਕਾਨੇਰ ਦਾ ਮਹਾਰਾਜਾ ਗੰਗਾ ਸਿੰਘ ਗੱਜ ਸਿੰਘਪੁਰ ਜ਼ਿਮੀਂਦਾਰਾਂ ਦੀਆਂ ਤਕਲੀਫਾਂ ਸੁਣਨ ਆਵੇਗਾ। ਮੈਂ ਵੀ ਪੜ੍ਹਾਈ ਛੱਡ ਕੇ ਸਟੇਸ਼ਨ 'ਤੇ ਪੁੱਜ ਗਿਆ। ਰਿਆਸਤ ਦੇ ਬਹੁਤ ਸਾਰੇ ਅਫਸਰ ਦੌਰੇ 'ਤੇ ਉੱਥੇ ਪਹੁੰਚ ਚੁੱਕੇ ਸਨ ਤੇ ਉਹਨਾਂ ਦੀ ਚਪੜਾਸੀ ਟਿੱਡੀ ਦਲ ਵਾਂਗ ਚੱਕਾਂ ਵਿੱਚ ਫੈਲ ਗਏ। ਬਹੁਤ ਸਾਰੀਆਂ ਮੰਜੀਆਂ ਇਕੱਠੀਆਂ ਕਰ ਲਈਆਂ ਤੇ ਹਰ ਘਰ 'ਚੋਂ ਦੁੱਧ ਇਕੱਠਾ ਕਰ ਲਿਆ। ਸਾਰਾ ਪੀ ਤਾਂ ਸਕਦੇ ਨਹੀਂ ਸਨ, ਬਚਦਾ ਖੁਚਦਾ ਕਾੜ ਕੇ ਖੋਆ ਬਣਾ ਲਿਆ। ਇਸ ਤੋਂ ਹੀ ਮੈਂ ਅੱਖੀਂ ਦੇਖਿਆ ਕਿ ਅਫਸਰਾਂ ਦੇ ਦੌਰਿਆਂ 'ਤੇ ਕਿੰਨੀ ਹਨੇਰਗਰਦੀ ਫੈਲਦੀ ਹੈ। ਗੰਗਾ ਸਿੰਘ ਦੀ ਸਪੈਸ਼ਲ ਗੱਡੀ ਗੱਜ ਸਿੰਘਪੁਰ ਪਹੁੰਚੀ। ਬਾਗੜੀਆਂ ਨੇ ਲਾਲ ਪੱਗਾਂ ਦੇ ਮਡਾਸੇ ਬੰਨੇ ਹੋਏ ਸਨ ਤੇ ਉਹਨਾਂ ਨੇ ਅੰਨਦਾਤਾ ਘਣੇਸ਼ੀਮਾ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਦੂਸਰੇ ਪਾਸੇ ਪੰਜਾਬ ਦੇ ਆਜ਼ਾਦ ਤੇ ਬਹਾਦਰ ਜੱਟਾਂ ਨੇ ਮਿੱਟੀ ਉਡਾਉਣੀ ਸ਼ੁਰੂ ਕਰ ਦਿੱਤੀ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਸਾਡੇ ਪੈਸੇ ਮੋੜ ਜਾ, ਅਸੀਂ ਇਹ ਮੁਰੱਬੇ ਨਹੀਂ ਰੱਖਣੇ। ਇਸ ਕੈਨਾਲ ਕਲੋਨੀ ਦਾ ਮੁਤਜ਼ਿਮ ਤੇ ਵੱਡਾ ਅਫਸਰ ਜੈਗੋਪਾਲ ਸੇਠੀ ਸੀ। ਬੜਾ ਸਖਤ ਦਿਲ ਸੀ ਤੇ ਉਹ ਜ਼ਿਮੀਂਦਾਰਾਂ ਨੂੰ ਕੁਝ ਵੀ ਰਿਆਇਤ ਦੇਣੀ ਨਹੀਂ ਸੀ ਚਾਹੁੰਦਾ। ਮੈਂ ਜ਼ਿਮੀਂਦਾਰਾਂ ਨੂੰ ਸਮਝਾਇਆ ਕਿ ਹੁੱਲੜਬਾਜ਼ੀ ਦਾ ਨਤੀਜਾ ਚੰਗਾ ਨਹੀਂ ਨਿਕਲਦਾ, ਅਕਲ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਅੱਗੇ ਹੋ ਕੇ ਅੰਗਰੇਜ਼ੀ ਵਿੱਚ ਮਹਾਰਾਜੇ ਨੂੰ ਜ਼ਿਮੀਂਦਾਰਾਂ ਦੀਆਂ ਤਕਲੀਫਾਂ ਜੋ ਸਨ ਉਹ ਸਮਝਾਈ ਤੇ ਸਲਾਹ ਦਿੱਤੀ ਕਿ ਕਿਸ਼ਤਾਂ ਵਿੱਚ ਨਰਮੀ ਕਰਨੀ ਚਾਹੀਦੀ ਹੈ ਤੇ ਇਸ ਨਾਲ ਹੀ ਇਲਾਕੇ ਵਿੱਚ ਅਮਨ ਚੈਨ ਹੋ। ਉਸਨੇ ਬੜੇ ਘੁਮੰਡ ਨਾਲ ਮੇਰੀ ਗੱਲ ਸੁਣੀ ਤੇ ਮੈਂ ਅਨੁਭਵ ਕੀਤਾ ਕਿ ਅਸਰ ਜ਼ਰੂਰ ਹੋਇਆ। ਇਸ ਵਾਕਿਆ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਫੇਰ ਸ਼ੁਰੂ ਕਰ ਦਿੱਤੀ ਤੇ ਸਾਨੂੰ ਇਹ ਬੜੀ ਖੁਸ਼ੀ ਹੋਈ ਕਿ ਅਫਸਰਾਂ ਤੇ ਉਹਨਾਂ ਦੇ ਅਮਲੇ ਫੈਲੇ ਦਾ ਟਿੱਡੀ ਦਲ ਅੱਗੇ ਚਲਾ ਗਿਆ। ਫਿਰ ਉਸ ਤੋਂ ਬਾਅਦ ICS ਦੇ ਮੁਕਾਬਲੇ ਦਾ ਇਮਤਿਹਾਨ 11 ਤੋਂ 26 ਜਨਵਰੀ ਮੈਟਕਾਫ ਹਾਊਸ ਦਿੱਲੀ ਹੋਣਾ ਸੀ। ਕਿਸੇ ਜ਼ਮਾਨੇ ਵਿੱਚ ਇਹ ਸਥਾਨ ਜੋ ਜਮਨਾ ਦੇ ਕੰਢੇ ਪੁਰਾਣੀ ਦਿੱਲੀ ਵਿੱਚ ਹੈ, ਮੈਟਕਾਫ ਦਾ ਜ਼ਾਤੀ ਮਕਾਨ ਸੀ ਤੇ ਰਿਟਾਇਰ ਹੋਣ 'ਤੇ ਉਹ ਗੌਰਮਿੰਟ ਨੂੰ ਦੇ ਗਿਆ। ਖੈਬਰ ਪਾਸ ਮਾਰਕੀਟ ਦੇ ਕੋਲ ਇੱਕ ਮੜੀ ਹੋਈ ਪੀਲੇ ਰੰਗ ਦੀ ਕੋਠੀ ਸੀ ਜੋ ਹੁਣ ਵੀ ਮੌਜੂਦ ਸੀ। ਇਸ ਵਿੱਚ ਗੌਰਮਿੰਟ ਆਫ ਇੰਡੀਆ ਦੇ ਬਹੁਤ ਸਾਰੇ ਕਲਰਕ ਰਹਿੰਦੇ ਸਨ। ਇਹਨਾਂ ਨਾਲ ਹੀ ਇਸ ਕਮਰੇ ਵਿੱਚ ਮੇਰਾ ਦੋਸਤ ਨਿਰੰਜਨ ਸਿੰਘ ਬੈਂਸ ਵੀ ਰਹਿੰਦਾ ਸੀ। ਇਹ ਵੱਡਾ ਸਾਰਾ ਕਮਰਾ ਸੀ ਜਿਸ ਵਿੱਚ 12 ਮੰਜੇ ਡਹੇ ਹੋਏ ਸਨ। ਇਹਨਾਂ ਵਿੱਚ ਮੇਰੇ ਲਈ ਵੀ ਮੁੰਜ ਦੀ ਮੰਜੀ ਢਾਹ ਦਿੱਤੀ ਗਈ। ਇਹਨਾਂ ਕਲਰਕਾਂ ਵਿੱਚ ਹਰ ਜਾਤ ਦੇ ਹਿੰਦੂ ਤੇ ਸਿੱਖ ਮੌਜੂਦ ਸਨ। ਜਦ ਸਵੇਰੇ ਉੱਠਣਾ ਤਾਂ ਗੰਗਾ ਸਿੰਘ ਨੇ ਆਪਣੇ ਦੋਸਤ ਪੰਡਿਤ ਦੌਲਤ ਰਾਮ ਸ਼ਰਮਾ ਨੂੰ ਆਵਾਜ਼ ਮਾਰਨੀ, ਪੰਡਿਤ ਜੀ। ਉਸ ਉੱਤਰ ਦੇਣਾ, ਹਾਂਜੀ। ਗੰਗਾ ਸਿੰਘ ਨੇ ਕਹਿਣਾ, ਮੂੰਹ ਢੱਕ ਲਓ, ਮੈਂ ਉੱਠਣਾ ਹੈ। ਇਹ ਸੁਣ ਕੇ ਅਸੀਂ ਸਾਰਿਆਂ ਨੇ ਖਿੜਖਿੜਾ ਕੇ ਹੱਸਣਾ। ਇਸ ਮੁਕਾਬਲੇ ਦੇ ਇਮਤਿਹਾਨ ਵਿੱਚ ਜੋ ਜਨਵਰੀ 1931 ਵਿੱਚ ਹੋਇਆ, ਮੇਰਾ 19ਵਾਂ ਨੰਬਰ ਆਇਆ 173 ਉਮੀਦਵਾਰਾਂ ਵਿੱਚੋਂ। ਬੋਟਨੀ ਜੂਆਲਜੀ ਵਿੱਚੋਂ ਮੈਨੂੰ ਕਾਫੀ ਉਮੀਦ ਸੀ ਪਰ ਘੱਟ ਨੰਬਰ ਆਏ।
ਮੈਂ ਦੇਖਿਆ ਕਿ ਇਹਨਾਂ ਮੁਕਾਬਲਿਆਂ ਦੇ ਇਮਤਿਹਾਨਾਂ ਵਿੱਚ ਮਜ਼ਮੂਨਾਂ ਦਾ ਵੀ ਮੁਕਾਬਲਾ ਹੁੰਦਾ ਹੈ, ਮਤਲਬ ਸਬਜੈਕਟਾਂ ਦਾ। ਜਿਨ੍ਹਾਂ ਅੰਗਰੇਜ਼ੀ ਸਾਹਿਤ, ਪੋਲੀਟਿਕਸ, ਤਵਾਰੀਖ ਅਤੇ ਉਰਦੂ ਸਾਹਿਤ ਲਿਆ ਹੋਵੇ, ਉਹ ਸਾਇੰਸ ਦੇ ਮਜ਼ਮੂਨਾਂ ਦੇ ਮੁਕਾਬਲੇ ਘੱਟ ਮਿਹਨਤ ਨਾਲ ਜ਼ਿਆਦਾ ਨੰਬਰ ਲੈ ਸਕਦੇ ਹਨ। ਦੂਸਰੇ, ਮੈਂ ਇਹ ਵੀ ਅਨੁਭਵ ਕੀਤਾ ਕਿ ਮੇਰੀ ਤਿਆਰੀ ਵੀ ਕੁਝ ਘੱਟ ਸੀ। ਮੈਂ 1 ਜਨਵਰੀ 1932 ਨੂੰ ਹੀ ਗੱਜ ਸਿੰਘਪੁਰੇ ਤੋਂ ਚਲਾ ਗਿਆ। ਜਦ ਟਰੰਕ ਚੁਕਾਈ ਰਾਮ ਸਿੰਘ ਦੇ ਨਾਲ ਮੈਂ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਰਨਾਂ ਦੀ ਡਾਰ ਸੱਜੇ ਖੱਬੇ ਦੀ ਲੰਘ ਗਈ। ਰਾਮ ਸਿੰਘ ਬੋਲਿਆ, ਇਹ ਮਾੜਾ ਹੋਇਆ, ਮੇਰਾ ਇਮਤਿਹਾਨ ਵਿੱਚ 5ਵਾਂ ਨੰਬਰ ਸੀ ਅਤੇ 9 ਆਦਮੀ ਲੈਣੇ ਸਨ। ਇਸ ਤਰ੍ਹਾਂ ਮੈਂ ਕਾਮਯਾਬ ਹੋ ਗਿਆ। ਪਰ ਜਦ ਤੱਕ ਨਤੀਜਾ ਨਾ ਨਿਕਲਿਆ, ਮੇਰੇ ਦਿਲ ਵਿੱਚ ਰਾਮ ਸਿੰਘ ਦੀ ਹਰਨਾਂ ਵਾਲੀ ਗੱਲ ਕੰਡੇ ਵਾਂਗ ਚੁੰਭਦੀ ਰਹੀ। ਕਿੰਨਾ ਚੰਗਾ ਹੁੰਦਾ ਜੇ ਉਹ ਨਾਮਾਕੁਲ ਚੁੱਪ ਰਹਿੰਦਾ। ਜਦ ਮੈਂ ਜਨਵਰੀ 1932 ਦੇ ICS ਮੁਕਾਬਲੇ ਦੇ ਇਮਤਿਹਾਨਾਂ ਲਈ ਦਿੱਲੀ ਆਇਆ ਤਾਂ ਸੋਚਿਆ ਕਿ ਖੈਬਰ ਪਾਸ ਕੋਠੀ ਮਨਹੂਸ ਹੈ ਅਤੇ ਮੈਂ ਆਪਣੀ ਠਾਹਰ ਦਾ ਇੰਤਜ਼ਾਮ ਮੈਟਕਾਫ ਹਾਊਸ ਦੇ ਕੋਲ ਹੀ ਕੀਤਾ ਜਾਵੇ, ਠੀਕ ਹੈ, ਜਿੱਥੇ ਇਹ ਇਮਤਿਹਾਨ ਹੁੰਦਾ ਸੀ। ਉੱਥੇ ਮੈਂ ਗਲੀ ਵਿੱਚ ਇੱਕ ਨਵੀਂ ਜਿਹੀ ਕੋਠੀ ਵੇਖੀ ਜਿਸ ਦੇ ਗੁਲਾਬੀ ਪਰਦੇ ਲੱਗੇ ਹੋਏ ਸਨ। ਮੈਂ ਅੰਦਰ ਗਿਆ ਅਤੇ ਇੱਕ ਗੋਰੇ ਰੰਗ ਦਾ ਨੌਜਵਾਨ ਲਾਲ ਜੀ ਮਿਲਿਆ। ਉਸਨੇ ਮੈਨੂੰ ਇੱਕ ਛੋਟਾ ਜਿਹਾ ਕਮਰਾ ਦਿਖਾਇਆ ਅਤੇ 50 ਰੁਪਏ ਮਹੀਨਾ ਕਿਰਾਇਆ ਮੰਗਿਆ। ਮੈਂ ਮੰਨ ਲਿਆ ਅਤੇ 10 ਰੁਪਏ ਪੇਸ਼ਗੀ ਦੇ ਦਿੱਤੀ। ਅਗਲੇ ਦਿਨ ਜਦ ਮੈਂ ਆਪਣਾ ਬਿਸਤਰਾ ਅਤੇ ਕਿਤਾਬਾਂ ਚੁੱਕ ਕੇ ਉੱਥੇ ਗਿਆ ਤਾਂ ਲਾਲਾ ਜੀ ਸਾਫ਼ ਮੁੱਕਰ ਗਏ ਅਤੇ ਉਸਨੇ ਮੇਰੀ ਪੇਸ਼ਗੀ 20 ਰੁਪਏ ਜੋ ਸਨ ਉਹ ਵੀ ਮਾਰ ਲਏ ਸਨ, ਠੀਕ ਹੈ, ਦਿੱਤੇ ਨਹੀਂ ਸਨ। ਮੇਰੇ ਦਿਲ ਵਿੱਚ ਬੜਾ ਰੰਜ ਹੋਇਆ ਕਿਉਂਕਿ ਮੇਰੀ ਮਾਲੀ ਹਾਲਤ ਬੜੀ ਪਤਲੀ ਸੀ ਅਤੇ ਮੈਂ ਉਸ ਵੇਲੇ ਦੇ 10 ਰੁਪਏ ਅੱਜ ਕੱਲ੍ਹ ਦੇ 200 ਦੇ ਬਰਾਬਰ ਸਨ। ਮੈਂ ਉਸ ਲਾਲਾ ਜੀ ਦੀ ਕਮੀਨੀ ਹਰਕਤ ਨੂੰ ਕਦੇ ਵੀ ਨਹੀਂ ਭੁੱਲ ਸਕਿਆ। ਸੰਨ 1946 ਵਿੱਚ ਜਦ ਮੈਂ ਦਿੱਲੀ ਦਾ ਡਿਪਟੀ ਕਮਿਸ਼ਨਰ ਬਣਿਆ ਤਾਂ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਉਸ ਮਕਾਨ ਦੀ ਭਾਲ ਕੀਤੀ ਜਾਵੇ। ਮੈਂ ਸੰਨ 1932 ਦੀ ਆਪਣੀ ਗਰੀਬੀ ਅਤੇ ਬੇਬਸੀ ਨੂੰ ਯਾਦ ਕਰਕੇ ਐਸਾ ਮਹਿਸੂਸ ਕਰਦਾ ਸੀ ਕਿ ਜਿਵੇਂ ਡਿਕ ਵਿਲਿੰਗਟਨ ਪੋਟਲੀ ਬਣ ਕੇ ਲੰਡਨ ਆਇਆ ਸੀ ਅਤੇ ਬਾਅਦ ਵਿੱਚ ਉਹੀ ਉਸੇ ਸ਼ਹਿਰ ਦਾ ਲਾਰਡ ਮੇਅਰ ਬਣਿਆ। ਮੈਂ ਉਹ ਕੋਠੀ ਲੱਭ ਲਈ ਅਤੇ ਮੇਰੇ ਪੇਸ਼ਕਾਰ ਨੇ ਲਾਲਾ ਜੀ ਨੂੰ ਵੀ ਲੱਭ ਲਿਆ। ਮੈਂ DC ਦੀ ਕੋਠੀ 17 ਰਾਜਪੁਰ ਰੋਡ ਵਿੱਚ ਆਪਣੇ ਦਫ਼ਤਰ ਵਿੱਚ ਬੈਠਾ ਸੀ ਅਤੇ ਲਾਲਾ ਜੀ ਅੰਦਰ ਆਏ। ਮੈਂ ਪੁੱਛਿਆ, ਲਾਲਾ ਜੀ, ਤੁਹਾਨੂੰ ਯਾਦ ਹੈ ਕਿ ਜਨਵਰੀ 1932 ਵਿੱਚ ਸਿੱਖ ਨੌਜਵਾਨ ਤੁਹਾਡੀ ਕੋਠੀ ਦੇਖਣ ਆਇਆ ਸੀ? ਹਾਂਜੀ। ਉਸਨੇ ਤੁਹਾਨੂੰ 10 ਰੁਪਏ ਪੇਸ਼ਗੀ ਵਜੋਂ ਦਿੱਤੇ ਸਨ ਜੋ ਤੁਸੀਂ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਲਾਲਾ ਜੀ ਦਾ ਮੂੰਹ ਫੱਕ ਹੋ ਗਿਆ ਅਤੇ ਇਹ ਰੰਗ ਆਏ, ਮਤਲਬ ਉਹਨਾਂ ਦਾ ਜਿਹੜਾ ਚਿਹਰਾ ਸੀ ਉਹ ਡਰ ਗਏ ਸਨ। ਮਤਲਬ ਉਹ ਕਹਿੰਦੇ ਸਨ ਵੀ ਇੱਕ ਰੰਗ ਆਏ ਅਤੇ ਦੂਸਰਾ ਜਾਏ, ਪਰ ਉਹ ਬੋਲਿਆ ਕੁਝ ਨਹੀਂ। ਮੈਂ ਕਿਹਾ, ਉਹ ਸਿੱਖ ਨੌਜਵਾਨ ਮੈਂ ਹੀ ਹਾਂ। ਲਾਲਾ ਜੀ ਦੇ ਤੋਤੇ ਉੱਡ ਗਏ ਅਤੇ ਘਬਰਾ ਗਏ। ਮੈਂ ਕਿਹਾ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਸੀਂ 200 ਰੁਪਏ ਮਹਿਰੌਲੀ ਦੀ ਲਾਇਬ੍ਰੇਰੀ ਲਈ ਚੰਦਾ ਦੇ ਦਿਓ ਅਤੇ ਪੁਰਾਣਾ ਸੰਨ 1932 ਦਾ ਕਰਜ਼ਾ ਮੁਆਫ ਕੀਤਾ ਜਾਂਦਾ ਹੈ। ਲਾਲਾ ਜੀ ਨੇ ਤੁਰੰਤ ਹੀ ਚੰਦਾ ਦੇ ਦਿੱਤਾ ਅਤੇ ਆਪਣੀ ਜਾਨ ਦੀ ਖਲਾਸੀ ਕਰਾਈ। ਹੁਣ ਮੈਂ ICS ਦੇ ਮੁਕਾਬਲੇ ਦੇ ਇਮਤਿਹਾਨ ਦੀ ਫੇਰ ਗੱਲ ਕਰਨੀ ਚਾਹੁੰਦਾ ਹਾਂ। ਇਸ ਤੋਂ ਸ਼ਾਇਦ ਹੀ ਕੋਈ ਸਖਤ ਇਮਤਿਹਾਨ ਹੋਵੇ। ਤਕਰੀਬਨ ਮਹੀਨਾ ਭਰ ਪਰਚੇ ਹੁੰਦੇ ਰਹੇ ਅਤੇ ਇਸ ਤੋਂ ਪਿੱਛੋਂ ਵਾਈਵਾ ਹੋਇਆ। ਮੈਂ ਇਸ ਇਮਤਿਹਾਨ ਦੀ ਕਠਿਨਾਈ ਨੂੰ ਕਈ ਸਾਲ ਨਹੀਂ ਭੁਲਾ ਸਕਿਆ। ਕਈ ਵਾਰ ਸੁਪਨਾ ਆਉਂਦਾ ਸੀ ਕਿ ਮੈਟਕਾਫ ਹਾਊਸ ਦੇ ਹਾਲ ਵਿੱਚ ਪਰਚੇ ਲਿਖ ਰਿਹਾ ਹਾਂ, ਪਰ ਸਭ ਕੁਝ ਭੁੱਲ ਗਿਆ ਹੈ। ਹਜ਼ਰਤ ਮੂਸਾ ਨੇ ਵੀ ਠੀਕ ਕਿਹਾ ਸੀ ਕਿ ਯਾ ਖੁਦਾ ਮੁਝੇ ਇਮਤਿਹਾਨ ਮੇਂ ਨਾ ਡਾਲ। ਸੋ ਇਹ ਸੀ ਬੱਚੋ ਉਹਨਾਂ ਦੀ ਜ਼ਿੰਦਗੀ ਦੀ ਜੋ ਉਹਨਾਂ ਨੇ ਮਤਲਬ ਉਚਾਈਆਂ ਤੱਕ ਪਹੁੰਚਣ ਲਈ ਜੋ ਘਾਲਣਾ ਘਾਲੀ ਸੀ। ਸੋ ਆਪਾਂ ਵੀ ਬਹੁਤ ਮਿਹਨਤ ਕਰ ਸਕਦੇ ਹਾਂ, ਠੀਕ ਹੈ, ਅਤੇ ਇਮਤਿਹਾਨ ਇਹ ਬਹੁਤ ਵੱਡਾ ਹੁੰਦਾ, ਪਰ ਉਹਨਾਂ ਨੇ ਮਨ ਦੇ ਵਿੱਚ, ਦਿਲ ਦੇ ਵਿੱਚ ਠਾਣਿਆ ਸੀ, ਇਸ ਕਰਕੇ ਉਸ ਨੂੰ ਕੱਢ ਲਿਆ, ਠੀਕ ਹੈ ਨਾ। ਤੁਸੀਂ ਵੀ ਮਿਹਨਤ ਕਰਿਆ ਕਰੋ। ਅਤੇ ਚਲੋ ਫਿਰ ਹੁਣ ਆਪਾਂ ਪ੍ਰਸ਼ਨ ਉੱਤਰ ਕਰੀਏ। ਸਾਰ ਆਪਾਂ ਸ਼ੁਰੂ ਦੇ ਵਿੱਚ ਦੱਸ ਹੀ ਦਿੱਤਾ ਸੀ ਤੁਹਾਨੂੰ, ਅਤੇ ਉਸ ਤੋਂ ਬਾਅਦ ਲੇਖਕ ਨੇ ICS ਪਾਸ ਕਰਨ ਮਗਰੋਂ ਅਤੇ ਮਤਲਬ ਜਦੋਂ ਸੋਚਦੇ ਸਨ ਵੀ ਮੈਂ ਕੀ ਕੰਮ ਕੀਤਾ ਸੀ, ਉਹਦੇ ਬਾਰੇ ਗੱਲ ਕਰਦੇ ਨੇ ਵੀ ਜਦੋਂ ਉਹਨਾਂ ਨੇ ਇਮਤਿਹਾਨ ਪਾਸ ਕਰਨ ਤੋਂ ਪਹਿਲਾਂ ਦੀ ਆਪਣੇ ਆਲੇ ਦੁਆਲੇ ਦੀ ਮੰਦਹਾਲੀ ਬਾਰੇ ਜੋ ਕੁਝ ਦੱਸਿਆ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਅਤੇ ਜਦੋਂ ਪਾਸ
ਕਰਨਾ ਚਾਹੁੰਦੇ ਸਨ ਉਹ ਬੁਰੀ ਤਰ੍ਹਾਂ ਨਿਰਾਸ਼ ਹੋਣਾ ਪਿਆ ਸੀ। ਅਰਥਾਤ 1930 ਵਿੱਚ ਖੇਤੀਬਾੜੀ ਦੇ ਵਿੱਚ ਬਹੁਤ ਮੰਦਾ ਸੀ। ਕਣਕ ਦਾ ਭਾਅ 1.5 ਰੁਪਏ ਮਣ ਸੀ। ਬਹੁਤ ਬੁਰੀ ਹਾਲਤ ਸੀ। ਪਿੰਡਾਂ ਦੇ ਕਿਸਾਨਾਂ ਦੀ ਹਾਲਤ ਬਹੁਤ ਬੁਰੀ ਸੀ। ਸ਼ਹਿਰਾਂ ਦੇ ਲੋਕ ਤਾਂ ਕਹਿੰਦੇ ਸਨ ਵੀ ਵਧੀਆ, ਵੀ ਜਿਹੜੀ ਕਣਕ ਹੈ ਸਸਤੀ ਆ, ਪਰ ਪਿੰਡਾਂ ਵਾਲਿਆਂ ਨੂੰ ਬਹੁਤ ਨਮੋਸ਼ੀ ਝੱਲਣੀ ਪਈ ਸੀ। ਕੁੱਤੇ ਵੀ ਆਮ ਅੰਨ ਖਾਂਦੇ ਸੀ ਕਿਉਂਕਿ ਅੰਨ ਬਹੁਤ ਸਸਤਾ ਸੀ। ਇਹ ਹਾਲਤ ਹੀ ਬੀਕਾਨੇਰ ਵਿੱਚ ਪੰਜਾਬੀ ਕਿਸਾਨਾਂ ਦੀ ਸੀ। ਉੱਥੇ ਮੰਦਵਾੜੇ ਕਾਰਨ ਆਪਣੀ ਜ਼ਮੀਨ ਦੀਆਂ ਕਿਸ਼ਤਾਂ ਨਹੀਂ ਸਨ ਦੇ ਸਕਦੇ। ਇਸ ਕਰਕੇ ਲੇਖਕ ਨੇ ਬੀਕਾਨੇਰ ਦੇ ਮਹਾਰਾਜੇ ਗੰਗਾ ਸਿੰਘ ਨੂੰ ਕਿਸ਼ਤਾਂ ਤਾਰਨ ਵਿੱਚ ਨਰਮੀ ਕਰਨ ਲਈ ਆਖਿਆ। ਬੱਚੋ ਅੱਗੇ ਜਾ ਕੇ ਉਹਨਾਂ ਨੇ ਖੇਤੀਬਾੜੀ ਲਈ ਬਹੁਤ ਕੁਝ ਕੀਤਾ ਸੀ, ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬ 'ਚ ਜਦੋਂ ਇੱਥੇ ਆਏ ਸਨ ਉਹ, ਅਤੇ ਨਵੀਆਂ ਤਕਨੀਕਾਂ ਲੈ ਕੇ ਆਏ ਸਨ। ਅੱਗੇ ਆ ਗਿਆ ਸਰ ਸੁੰਦਰ ਸਿੰਘ ਮਜੀਠੀਆ ਨਾਲ ਡਾਕਟਰ ਰੰਧਾਵਾ ਦੀ ਜੋ ਵਾਰਤਾਲਾਪ ਹੋਈ ਆਪਣੇ ਸ਼ਬਦਾਂ ਦੇ ਵਿੱਚ ਦੱਸੋ। ਖਾਲਸਾ ਕਾਲਜ ਵਿੱਚ ਬੋਟਨੀ ਦੇ ਲੈਕਚਰਰ ਦੀ ਨੌਕਰੀ ਪ੍ਰਾਪਤ ਕਰਨ ਲਈ ਡਾਕਟਰ ਰੰਧਾਵਾ ਉੱਥੋਂ ਦੇ ਬੋਟਨੀ ਦੇ ਪ੍ਰੋਫੈਸਰ ਚਰਨ ਸਿੰਘ ਦੀ ਸਲਾਹ ਅਨੁਸਾਰ ਕਾਲਜ ਦੇ ਕਰਤਾ ਧਰਤਾ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ। ਲੇਖਕ ਨੇ ਵਧੀਆ ਸੂਟ ਪਾ ਕੇ ਟਾਈ ਲਾਈ ਹੋਈ ਸੀ ਅਤੇ ਪਾਲਿਸ਼ ਕਰਕੇ ਬੂਟ ਪਾਏ ਹੋਏ ਸਨ। ਸਰਦਾਰ ਜੀ ਨੇ ਉਸ ਨੂੰ ਨੀਝ ਨਾਲ ਵੇਖਿਆ। ਲੇਖਕ ਦੀ ਦਾੜੀ ਵਿਰਲੀ ਸੀ। ਉਸਨੇ ਕੜਾ ਵੀ ਨਹੀਂ ਸੀ ਪਾਇਆ ਹੋਇਆ। ਸਰਦਾਰ ਜੀ ਨੇ ਪੁੱਛਿਆ ਕਿ ਉਹ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਨੇ, ਤਾਂ ਲੇਖਕ ਨੇ ਕਿਹਾ ਵੀ ਉਹ ਜਾਣਦੇ ਤਾਂ ਹੈਗੇ ਨੇ ਪਰ ਪਾਠ ਕਰਦੇ ਨਹੀਂ। ਤਾਂ ਫਿਰ ਉਹ ਕਹਿੰਦੇ ਨੇ ਵੀ ਮੇਰਾ ਖਿਆਲ ਹੈ ਇੱਥੇ ਬੋਟਨੀ ਪੜ੍ਹਾਉਣ ਦੀ ਅਸਾਮੀ ਹੈ, ਨਾ ਕਿ ਗਿਆਨੀ ਦੀ। ਲੇਖਕ ਨੂੰ ਮਤਲਬ ਸਰਦਾਰ ਜੀ ਦੇ ਸਵਾਲ ਅਜੀਬ ਲੱਗੇ ਅਤੇ ਉਹਨਾਂ ਨੂੰ ਵੀ ਅਜੀਬ ਲੱਗੇ ਸੀ, ਠੀਕ ਹੈ ਨਾ। ਅੱਗੇ ਦਿੱਲੀ ਦਾ ਡਿਪਟੀ ਕਮਿਸ਼ਨਰ ਲੱਗਣ ਉਪਰੰਤ ਡਾਕਟਰ ਰੰਧਾਵਾ ਨੇ ਪੇਸ਼ਗੀ ਕਿਰਾਇਆ ਦੱਬਣ ਵਾਲੇ ਲਾਲੇ ਨੂੰ ਕਿਸ ਤਰ੍ਹਾਂ ਸਬਕ ਸਿਖਾਇਆ। ਅਤੇ ਇਹ ਬੱਚੇ 1932 ਦੇ ਵਿੱਚ ਉੱਥੇ ਰਹਿਣ ਗਏ ਸਨ। ਅਤੇ ਪਰ ਜਿਹੜੇ ਉਹ ਪਹਿਲਾਂ ਤਾਂ ਉਹਨਾਂ ਨੇ ਮਤਲਬ ਪੇਸ਼ਗੀ ਲੈ ਲਈ ਸੀ, ਮਤਲਬ ਐਡਵਾਂਸ ਲੈ ਲਿਆ ਸੀ ਅਤੇ 10 ਰੁਪਏ। ਫਿਰ ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ, ਉਹ ਮੁੱਕਰ ਗਏ ਸਨ, ਠੀਕ ਹੈ। ਛੋਟੇ ਜਿਹੇ ਕਮਰੇ ਦਾ ਉਹ 50 ਰੁਪਏ ਕਿਰਾਇਆ ਮੰਗ ਲਿਆ ਸੀ, ਠੀਕ ਹੈ। ਅਤੇ ਉਸ ਤੋਂ ਬਾਅਦ ਉਹ ਕਿਤਾਬਾਂ ਦੇ ਬਿਸਤਰਾ ਚੁੱਕ ਕੇ ਉੱਥੇ ਪੁੱਜੇ ਤਾਂ ਲਾਲਾ ਸਾਫ਼ ਮੁੱਕਰ ਗਿਆ। ਉਸਨੇ ਪੇਸ਼ਗੀ ਵੀ ਮਾਰ ਲਈ ਸੀ ਵੀ ਪਹਿਲਾਂ ਆਪਾਂ ਜਿਹੜੇ ਪੈਸੇ ਦਿੰਦੇ ਹੁੰਦੇ ਨਾ ਉਹ ਵਾਲੇ। 1946 ਵਿੱਚ ਜਦੋਂ ਉਹ ਡਿਪਟੀ ਕਮਿਸ਼ਨਰ ਲੱਗੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਲਾਲੇ ਨੂੰ ਬੁਲਾਉਣਾ ਹੈ। ਉਹਨਾਂ ਨੂੰ ਬੁਲਾਇਆ ਸੀ ਤਾਂ ਫਿਰ ਉਸ ਤੋਂ ਬਾਅਦ ਕਿਹਾ ਸੀ ਵੀ ਤੂੰ ਕਿਸੇ ਦਾ ਕੋਈ ਬੱਚਾ ਸੀ ਉਸਦਾ ਕਿਰਾਇਆ ਮਾਰਿਆ ਸੀ, ਮਤਲਬ ਪੇਸ਼ਗੀ ਮਾਰ ਲਈ ਸੀ। ਤਾਂ ਉਹ ਬਿਲਕੁਲ ਘਬਰਾ ਗਏ। ਉਹ ਕਹਿੰਦੇ ਮੈਂ ਹੀ ਆ ਉਹ, ਪਰ ਤੂੰ ਹੁਣ ਮੈਨੂੰ 200 ਰੁਪਇਆ ਲਾਇਬ੍ਰੇਰੀ ਵਾਸਤੇ ਚੰਦਾ ਦੇ ਕੇ ਜਾ। ਤਾਂ ਉਹ ਲਾਇਬ੍ਰੇਰੀ ਨੂੰ ਚੰਦਾ ਦੇ ਕੇ ਗਏ। ਫਿਰ ਉਹਨਾਂ ਨੇ ਆਪਣੀ ਜਾਨ ਛੁਡਾਈ ਸੀ। ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਭੇਦ ਕੀ ਸੀ। ਫਿਰ ਉਸ ਤੋਂ ਬਾਅਦ ਆ ਗਿਆ ਵੀ ਉਹਨਾਂ ਦੀ ਸਫਲਤਾ ਦਾ ਭੇਦ ਇਹੀ ਸੀ ਕਿ ਉਹਨਾਂ ਨੇ ਦ੍ਰਿੜ ਨਿਸ਼ਚਾ ਕੀਤਾ ਸੀ ਵੀ ਪੱਕਾ ਕੰਮ ਕਰਨਾ ਹੀ ਕਰਨਾ, ਇਹ ਮੈਂ ਚਾਹੇ ਕੁਝ ਵੀ ਹੋ ਜੇ। ਬਾਰ-ਬਾਰ ਹਿੰਮਤ ਕਰਦੇ ਸਨ ਉਹ। ਉਹਨਾਂ ਨੇ ਕਿਹਾ ਵੀ ਚੈਲੰਜ ਉਹ ਲੈਂਦੇ ਸਨ, ਅਣਥੱਕ ਮਿਹਨਤ ਕਰਦੇ ਸਨ, ਮਤਲਬ ਬਹੁਤ ਡਟ ਕੇ ਉਹਨਾਂ ਨੇ ਤਿਆਰੀ ਕੀਤੀ ਸੀ, ਠੀਕ ਹੈ ਨਾ। ਉਹਨਾਂ ਨੇ ਕਿਹਾ ਵੀ ਜਿਵੇਂ ਕਿ ਅੰਗਰੇਜ਼ੀ ਸਾਹਿਤ, ਪੋਲੀਟੀਕਲ, ਤਵਾਰੀਖ ਅਤੇ ਉਰਦੂ ਸਾਹਿਤ ਲਿਆ ਹੋਵੇ, ਉਹ ਸਾਇੰਸ ਦੇ ਮਜ਼ਮੂਨਾਂ ਦੇ ਮੁਕਾਬਲੇ ਘੱਟ ਮਿਹਨਤ 'ਤੇ ਵੀ ਨੰਬਰ ਜ਼ਿਆਦਾ ਲੈ ਸਕਦੇ ਹਨ। ਦੂਸਰੇ ਉਸਨੇ ਇਹ ਵੀ ਅਨੁਭਵ ਕੀਤਾ ਕਿ ਮੇਰੀ ਤਿਆਰੀ ਵੀ ਕੁਝ ਘੱਟ ਸੀ, ਇਸ ਕਰਕੇ ਉਹਨਾਂ ਨੇ ਦੁਬਾਰਾ ਫਿਰ ਬਹੁਤ ਮਿਹਨਤ ਕੀਤੀ। ਅਤੇ ਅੱਗੇ ਆ ਗਿਆ ਤਖਤ ਜਾਂ ਤਖਤਾ ਸਵੈਜੀਵਨੀ ਅੰਸ਼ ਨਾਂ ਦਾ ਪਾਠ। ਡਾਕਟਰ ਰੰਧਾਵਾ ਦੀ ਸ਼ਖਸੀਅਤ ਦੇ ਕਿਹੜੇ ਗੁਣ ਨੇ ਜਿਹੜੇ ਉਹ ਉਜਾਗਰ ਕਰਦੇ ਹਨ, ਆਪਣੇ ਸ਼ਬਦਾਂ ਦੇ ਵਿੱਚ ਦੱਸੋ। ਇਸ ਸਵੈਜੀਵਨੀ ਦੇ ਰਾਹੀਂ ਉਹਨਾਂ ਦੇ ਕਿਹੜੇ ਗੁਣ ਆਪਣੇ ਸਾਹਮਣੇ ਆਉਂਦੇ ਨੇ, ਹੈ ਨਾ। ਅਤੇ ਸਭ ਤੋਂ ਪਹਿਲਾਂ ਤਾਂ ਇਹੀ ਹੈ ਬੱਚੋ ਵੀ ਉਹ ਬਹੁਤ ਦ੍ਰਿੜ ਇਰਾਦੇ ਵਾਲੇ ਸਨ ਅਤੇ ਪਿਤਾ ਜੀ ਤਹਿਸੀਲਦਾਰ ਸਨ। ਉਹਨਾਂ ਦੇ 6 ਭਰਾ ਸਨ, ਠੀਕ ਹੈ। ਉਸਨੇ MSc ਕੀਤੀ ਹੋਈ ਸੀ ਤਾਂ ਉਸਨੂੰ ਮਾੜੀ ਦਾੜੀ ਸੀ ਅਤੇ ਨੌਕਰੀ ਲਈ ਗਏ, ਉਹਨਾਂ ਨੂੰ ਨੌਕਰੀ ਨਹੀਂ ਸੀ ਮਿਲੀ। ਪਰ ਫਿਰ ਉਹਨਾਂ ਨੇ ਕਿਹਾ ਕਿ ਅੱਗੇ ਉਹ ਤਿਆਰੀ ਕਰਨਗੇ, ਠੀਕ ਹੈ ਨਾ। ਫਿਰ ਇਸ ਤੋਂ ਬਾਅਦ ਉਹ ਅੱਗੇ ਅਫਸਰ ਬਣਨ ਲਈ ਬਹੁਤ ਕੱਟੜਵਾਦੀ ਤੌਰ 'ਤੇ ਤਿਆਰੀ ਕੀਤੀ। ਉਹਨਾਂ ਨੇ ਮਹਾਰਾਜੇ ਨਾਲ ਵੀ ਗੱਲ ਕੀਤੀ ਕਿਉਂਕਿ ਉਹ ਜ਼ਿਮੀਂਦਾਰਾਂ ਦੇ ਜੋ ਹਾਲ ਸੀ ਉਸ ਸਮੇਂ ਖੇਤੀ ਦੇ ਵਿੱਚ ਬਹੁਤ ਮੰਦਾ ਸੀ, ਉਸ ਤੋਂ ਵੀ ਬਹੁਤ ਨਿਰਾਸ਼ ਰਹਿੰਦੇ ਸਨ, ਠੀਕ ਹੈ। ਇਸ ਤੋਂ ਬਿਨਾਂ ਉਹ ਆਤਮ ਵਿਸ਼ਵਾਸੀ ਸੀ, ਸਵੈ ਪੜਚੋਲੀਆ ਸਨ, ਕੀਤੀ ਨਾ ਭੁੱਲਣ ਵਾਲੇ ਸਨ, ਬੁਰੇ ਨੂੰ ਸਬਕ ਸਿਖਾਉਣ ਵਾਲੇ ਸਨ ਜੋ ਉਹਨਾਂ ਨੇ ਸਿਖਾਇਆ ਸੀ। ਬਾਕੀ ਬਹੁਤ ਸੋਹਣਾ ਲਿਖਦੇ ਸਨ, ਗੱਦਕਾਰ ਬਹੁਤ ਵਧੀਆ ਸਨ ਉਹ, ਅਤੇ ਉੱਚੇ ਅਹੁਦੇ ਦੇ ਉਹ ਮਾਲਕ ਸਨ, ਠੀਕ ਹੈ ਨਾ। ਅਤੇ ਹੁਣ ਆਪਾਂ ਬੱਚਿਓ ਸੰਖੇਪ ਉਹ ਕਰਦੇ ਹਾਂ, ਠੀਕ ਹੈ, ਪ੍ਰਸ਼ਨ ਉੱਤਰ ਕਰਦੇ ਹਾਂ ਜਿਹੜੇ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਹੇ ਨੇ। ਇਹਨਾਂ ਤੋਂ ਬਿਨਾਂ ਵੀ ਆਪਾਂ ਤੁਹਾਨੂੰ ਦੱਸਾਂਗੇ ਤਾਂ ਜੋ ਤੁਹਾਡੀ ਤਿਆਰੀ ਅੱਛੀ ਤਰ੍ਹਾਂ ਹੋ ਜਾਵੇ। ਅਤੇ ਸਭ ਤੋਂ ਪਹਿਲਾਂ ਤਖਤ ਜਾਂ ਤਖਤਾ ਸਵੈਜੀਵਨੀ ਅੰਸ਼ ਦਾ ਲੇਖਕ ਕੌਣ ਹੈ? ਡਾਕਟਰ ਮਹਿੰਦਰ ਸਿੰਘ ਰੰਧਾਵਾ। ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਲਿਖੇ ਲੇਖ ਦਾ ਨਾਂ ਦੱਸੋ। ਤਖਤ ਜਾਂ ਤਖਤਾ। ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਕਦੋਂ MSc ਆਨਰਸ ਕੀਤੀ? ਜੂਨ 1930 ਦੇ ਵਿੱਚ, ਠੀਕ ਹੈ। ਉਹਨਾਂ ਨੇ
1930 ਵਿੱਚ ਕਿਹੜੀ ਜਮਾਤ ਪਾਸ ਕੀਤੀ ਸੀ? MSc ਆਨਰਸ। ਠੀਕ ਹੈ, ਅੱਗੇ ਆ ਗਿਆ ਉਹਨਾਂ ਨੇ ਕਿਹੜੇ ਦਰਜੇ ਵਿੱਚ MSc ਕੀਤੀ ਸੀ? ਅਵਲ। ਲੇਖਕ ਨੇ ਕਦੋਂ ਕਾਲਜ ਦਾ ਰੋਲ ਆਫ ਆਨਰ 'ਤੇ ਦਸਤਖਤ ਕੀਤੇ? 21 ਜਨਵਰੀ 1931 ਨੂੰ। ਲੇਖਕ ਕਾਲਜ ਵਿੱਚ ਕਮਜ਼ੋਰ ਮੁੰਡਿਆਂ ਨੂੰ ਕੀ ਮੁਫਤ ਪੜ੍ਹਾਉਂਦਾ ਸੀ? ਬੋਟਨੀ, ਜੂਆਲੋਜੀ। ਲੇਖਕ ਨੇ ਨੌਕਰੀ ਦੀ ਭਾਲ ਵਿੱਚ ਕਿਸ ਅਖਬਾਰ ਦੇ ਵਿੱਚ ਇਸ਼ਤਿਹਾਰ ਪੜ੍ਹਨੇ ਸ਼ੁਰੂ ਕੀਤੇ ਸੀ? ਟ੍ਰਿਬਿਊਨ ਦੇ ਵਿੱਚੋਂ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਡਾਕਟਰ ਰੰਧਾਵਾ ਕਿਸ ਪ੍ਰੋਫੈਸਰ ਨੂੰ ਮਿਲੇ? ਬੋਟਨੀ ਦੇ ਪ੍ਰੋਫੈਸਰ ਚਰਨ ਸਿੰਘ ਨੂੰ। ਅੱਗੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਕਰਤਾ ਧਰਤਾ ਕੌਣ ਸਨ? ਸਰਦਾਰ ਸੁੰਦਰ ਸਿੰਘ ਮਜੀਠੀਆ। ਲੇਖਕ ਦੇ ਪਿਤਾ ਦਾ ਅਹੁਦਾ ਕੀ ਸੀ? ਤਹਿਸੀਲਦਾਰ। ਲੇਖਕ ਦੀ ICS ਦੀ ਪ੍ਰੀਖਿਆ ਲਈ ਫੀਸ ਕਿਸ ਨੇ ਜਮ੍ਹਾਂ ਕਰਾਈ? ਨਿਰੰਜਨ ਸਿੰਘ ਨੇ। ਫਿਰ ਉਸ ਤੋਂ ਬਾਅਦ ਲੇਖਕ ਬੀਕਾਨੇਰ ਦੀ ਬਾਰ ਵਿੱਚ ਕਿਸ ਥਾਂ ਪੁੱਜਾ? ਗੱਜ ਸਿੰਘਪੁਰੇ 'ਚ। ਲੇਖਕ ਦੇ ਪਰਿਵਾਰ ਦਾ ਬੀਕਾਨੇਰ ਵਾਲੀ ਜ਼ਮੀਨ ਦਾ ਪ੍ਰਬੰਧ ਕੌਣ ਕਰਦਾ ਸੀ? ਮੁਨਸ਼ੀ ਰਾਮ ਸਿੰਘ। ਬੀਕਾਨੇਰ ਦੇ ਮਹਾਰਾਜੇ ਦਾ ਨਾਂ ਗੰਗਾ ਸਿੰਘ। ਕੈਨਾਲ ਕਲੋਨੀ ਦੇ ਵੱਡੇ ਅਫਸਰ ਦਾ ਨਾਂ ਜੈਕੋਪਾਲ ਸੇਠੀ। ICS ਦਾ ਇਮਤਿਹਾਨ ਦਿੱਲੀ ਵਿੱਚ ਕਿੱਥੇ ਹੋਣਾ ਸੀ? ਮੈਟਕਾਫ ਹਾਊਸ 'ਚ। ਜਨਵਰੀ 1931 ਵਿੱਚ ਹੋਈ ICS ਪ੍ਰੀਖਿਆ ਵਿੱਚ ਲੇਖਕ ਕਿੰਨੇਵੇਂ ਨੰਬਰ 'ਤੇ ਆਇਆ ਸੀ? 19ਵੇਂ ਨੰਬਰ 'ਤੇ। ਜਨਵਰੀ 32 ਦੇ ਵਿੱਚ ਪ੍ਰੀਖਿਆ 'ਚ ਕਿੰਨੇਵੇਂ ਨੰਬਰ 'ਤੇ ਆਏ ਸਨ? 5ਵੇਂ 'ਤੇ। ਦਿੱਲੀ ਨੂੰ ICS ਦੀ ਪ੍ਰੀਖਿਆ ਦੇਣ ਲਈ ਤੁਰੇ ਲੇਖਕ ਦੇ ਸੱਜੇ ਖੱਬੇ ਪਾਸੇ ਹਿਰਨਾਂ ਦੀ ਡਾਰ ਲੰਘਣ 'ਤੇ ਕਿਸ ਨੇ ਬਦਸ਼ਗਨੀ ਸਮਝੀ ਸੀ? ਰਾਮ ਸਿੰਘ ਨੇ। ਲੇਖਕ ਕਦੋਂ ਦਿੱਲੀ ਦਾ ਡਿਪਟੀ ਕਮਿਸ਼ਨਰ ਬਣਿਆ? 1946 'ਚ। ਲੇਖਕ ਨੇ 10 ਰੁਪਏ ਮਾਰਨ ਵਾਲੇ ਲਾਲੇ ਨੂੰ ਕਿਸ ਲਾਇਬ੍ਰੇਰੀ ਲਈ ਚੰਦਾ ਦੇਣ ਲਈ ਕਿਹਾ? ਮਹਿਰੌਲੀ ਦੀ ਲਾਇਬ੍ਰੇਰੀ ਲਈ। ਫਿਰ ਠੀਕ ਗਲਤ ਦੇਖਦੇ ਹਾਂ ਆਪਾਂ। ਜੂਨ 1932 ਵਿੱਚ MS ਰੰਧਾਵਾ ਨੇ MSc ਬੋਟਨੀ ਆਨਰਸ ਕੀਤੀ। ਗਲਤ। ਕਾਲਜ ਵਿੱਚ SS ਰੰਧਾਵਾ ਕਮਜ਼ੋਰ ਮੁੰਡਿਆਂ ਨੂੰ ਮੁਫਤ ਬੋਟਨੀ, ਜੂਆਲੋਜੀ ਪੜ੍ਹਾਉਂਦੇ ਸਨ। ਸਹੀ। ਸਰ ਸੁੰਦਰ ਸਿੰਘ ਮਜੀਠੀਆ ਨੇ ਡਾਕਟਰ ਰੰਧਾਵਾ ਨੂੰ ਬਹੁਤ ਪਸੰਦ ਕੀਤਾ। ਗਲਤ। ਤਾਂ ਡਾਕਟਰ ਰੰਧਾਵਾ ਦਾ ਦੋਸਤ ਨਿਰੰਜਨ ਸਿੰਘ ਦਿੱਲੀ ਵਿੱਚ ਨੌਕਰੀ ਕਰਦਾ ਸੀ। ਸਹੀ। ਰੰਧਾਵਾ ਵਿੱਚ ਆਪਣੇ ਪਿਤਾ ਦੀ ਸੂਝ-ਬੂਝ, ਸਿਆਣਪ, ਟੈਕਟ ਤੇ ਗੁਣ ਮੌਜੂਦ ਸਨ। ਸਹੀ। ਕੈਨਾਲ ਕਲੋਨੀ ਦਾ ਵੱਡਾ ਅਫਸਰ ਰਾਮ ਸਿੰਘ ਸੀ। ਗਲਤ। ਰੰਧਾਵਾ ਦਿੱਲੀ ਵਾਲੇ ਲਾਲੇ ਦੀ ਕਮੀਨੀ ਹਰਕਤ ਨੂੰ ਕਦੇ ਵੀ ਨਹੀਂ ਸੀ ਭੁਲਾ ਸਕਿਆ। ਸਹੀ। ਬੀਕਾਨੇਰ ਦੇ ਮਹਾਰਾਜੇ ਦਾ ਨਾਂ ਗੰਗਾ ਸਿੰਘ ਸੀ। ਸਹੀ। 1946 ਦੇ ਵਿੱਚ ਮਹਿੰਦਰ ਸਿੰਘ ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਬਣੇ। ਸਹੀ। ਤੇ ਖਾਲੀ ਥਾਵਾਂ ਭਰਦੇ ਹਾਂ ਆਪਾਂ ਅੱਗੇ। ਰੰਧਾਵਾ ਪਬਲਿਕ ਲਾਇਬ੍ਰੇਰੀ ਲਾਹੌਰ ਵਿੱਚ ਗਿਆ ਤਾਂ ਉੱਥੇ ਉਸਨੇ ਮੁਕਾਬਲੇ ਦੇ ਇਮਤਿਹਾਨਾਂ ਦੇ ਸਵਾਲਾਂ ਦੇ ਡੈਸ਼ ਪੈਂਫਲੇਟ ਦੇਖੇ। ਡਾਕਟਰ ਰੰਧਾਵਾ ਦੇ ਨਿਗਰਾਨ ਪ੍ਰੋਫੈਸਰ ML ਘੋਸ਼ ਰੰਗ ਨਹੀਂ ਸਨ ਪਛਾਣ ਸਕਦੇ ਕਿਉਂਕਿ ਉਹ ਕਲਰ ਬਲਾਈਂਡ ਸਨ। ਠੀਕ ਹੈ। ਗੰਗਾ ਸਿੰਘ ਦੀ ਕਾਰ ਸਪੈਸ਼ਲ ਗੱਡੀ ਗੱਜ ਵਿੱਚ ਕਿਹੜੇ ਗੱਜ ਪਹੁੰਚੀ ਸੀ? ਗੱਜ ਸਿੰਘਪੁਰ 'ਚ। ਠੀਕ ਹੈ। 1931 ਵਿੱਚ ਹੋਏ ਮੁਕਾਬਲੇ ਦੇ ਇਮਤਿਹਾਨਾਂ ਵਿੱਚ MS ਰੰਧਾਵਾ ਦਾ ਡੈਸ਼ ਨੰਬਰ ਸੀ? 19ਵਾਂ ਨੰਬਰ। ਠੀਕ ਹੈ ਨਾ। ਡੈਸ਼ ਬਣ ਕੇ ਲੰਡਨ ਆਇਆ ਤੇ ਬਾਅਦ ਵਿੱਚ ਉਸੇ ਸ਼ਹਿਰ ਦਾ ਲਾਰਡ ਮੇਅਰ ਬਣ ਗਿਆ। ਡਿਕ ਵਲਿੰਗਟਨ। ਠੀਕ ਹੈ। ਹਜ਼ਰਤ ਈਸਾ ਨੇ ਠੀਕ ਕਿਹਾ ਸੀ ਯਾ ਖੁਦਾ ਮੁਝੇ ਇਮਤਿਹਾਨ ਮੇ ਨਾ ਡਾਲ। ਠੀਕ ਹੈ। ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਥੀਸਿਸ ਪੰਜਾਬ ਦੀਆਂ ਡੈਸ਼ 'ਤੇ ਸੀ? ਕਿੱਥੇ ਸੀ? ਥੀਸਿਸ ਕਾਹੀਆਂ 'ਤੇ ਸੀ। ਡਾਕਟਰ ਰੰਧਾਵਾ ਡੈਸ਼ ਮੁੰਡਿਆਂ ਨੂੰ ਮੁਫਤ ਬੋਟਨੀ, ਜੂਆਲੋਜੀ ਪੜ੍ਹਾਉਂਦੇ ਸਨ? ਕਮਜ਼ੋਰ। ਤੇ ਕਿਹੜੀ ਪੁਸਤਕ ਦੇ ਵਿੱਚੋਂ ਲਿਆ ਗਿਆ? ਸਫ਼ਰਨਾਮਾ ਆਪ ਬੀਤੀ 'ਚੋਂ। ਠੀਕ ਹੈ ਬੱਚੋ। ਸੋ ਤੁਸੀਂ ਆਪ ਬੀਤੀ ਦੇ ਵਿੱਚੋਂ ਜੋ ਅੰਸ਼ ਪੜ੍ਹਿਆ, ਮੈਨੂੰ ਉਮੀਦ ਹੈ ਕਿ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਬੱਚੋ। ਸੁਣਨ ਅਤੇ ਸਮਝਣ ਲਈ ਬਹੁਤ ਬਹੁਤ ਧੰਨਵਾਦ। ਆਪਣੀ ਜ਼ਿੰਦਗੀ ਦੇ ਵਿੱਚ ਦ੍ਰਿੜ ਇਰਾਦਾ ਕਰੋ, ਨਿਸ਼ਚਾ ਕਰੋ ਕਿ ਤੁਸੀਂ ਕੁਝ ਬਣਨਾ ਹੈ। ਠੀਕ ਹੈ ਬੱਚੋ।